ਪ੍ਰਾਈਮ ਇਤਾਲੀਆ ਚੈਨਲ 'ਚ ਤੁਹਾਡਾ ਸਾਰਿਆਂ ਦਾ ਬਹੁਤ-ਬਹੁਤ ਸਵਾਗਤ ਹੈ। ਇੱਕ ਵਾਰ ਫਿਰ ਹਾਜ਼ਰ ਹਾਂ ਅੱਜ ਦੀਆਂ ਕੁਝ ਖਾਸ ਨਿਊਜ਼ ਲੈ ਕੇ। ਇਸ ਤੋਂ ਪਹਿਲਾਂ ਕਿ ਆਪਾਂ ਵੀਡੀਓ ਸ਼ੁਰੂ ਕਰੀਏ, ਜੇਕਰ ਤੁਸੀਂ ਚੈਨਲ 'ਤੇ ਪਹਿਲੀ ਵਾਰ ਆਏ ਹੋ ਤਾਂ ਤੁਸੀਂ ਚੈਨਲ ਜ਼ਰੂਰ ਸਬਸਕ੍ਰਾਈਬ ਕਰ ਲਵੋ, ਅਤੇ ਜਿਨ੍ਹਾਂ ਨੇ ਚੈਨਲ ਨੂੰ ਪਹਿਲਾਂ ਹੀ ਸਬਸਕ੍ਰਾਈਬ ਕੀਤਾ ਹੈ, ਵੀਡੀਓ ਨੂੰ ਲਾਈਕ ਕਰਦੇ ਹਨ, ਉਹਨਾਂ ਦਾ ਬਹੁਤ-ਬਹੁਤ ਸ਼ੁਕਰੀਆ। ਅਤੇ ਵੀਡੀਓ ਦੀ ਨੋਟੀਫਿਕੇਸ਼ਨ ਲਈ ਬੈਲ ਆਈਕਨ ਵਾਲਾ ਬਟਨ ਜ਼ਰੂਰ ਪ੍ਰੈਸ ਕਰ ਲਿਆ ਕਰੋ, ਕਿਉਂਕਿ ਇਸ ਦੇ ਨਾਲ ਜਦੋਂ ਵੀ ਅਸੀਂ ਨਵੀਂ ਵੀਡੀਓ ਅਪਲੋਡ ਕਰਦੇ ਹਾਂ ਉਹਦੀ ਨੋਟੀਫਿਕੇਸ਼ਨ ਤੁਹਾਡੇ ਤੱਕ ਪਹੁੰਚ ਜਾਂਦੀ ਆ। ਅਤੇ ਹੁਣ ਆਪਾਂ ਸ਼ੁਰੂ ਕਰਦੇ ਹਾਂ ਅੱਜ ਦੀਆਂ ਕੁਝ ਖਾਸ ਨਿਊਜ਼। ਸਭ ਤੋਂ ਪਹਿਲੀ ਜਿਹੜੀ ਨਿਊਜ਼ ਆ ਰਹੀ ਹੈ ਉਹ ਹੈ ਕਿ ਜਿਸ ਤਰ੍ਹਾਂ ਤੁਸੀਂ ਜਾਣਦੇ ਹੋ ਕਿ ਅੱਜ ਸਾਹਿਬ ਸ਼੍ਰੀ ਗੁਰੂ ਨਾਨਕ ਦੇਵ ਜੀ ਦਾ ਪ੍ਰਕਾਸ਼ ਪੁਰਬ ਹੈ, ਅਤੇ ਇਸ ਪ੍ਰਕਾਸ਼ ਪੁਰਬ 'ਤੇ ਸਾਨੂੰ ਸਾਰਿਆਂ ਨੂੰ ਬਹੁਤ-ਬਹੁਤ ਮੁਬਾਰਕਾਂ। ਅਤੇ ਇਸ ਮੌਕੇ 'ਤੇ ਦੇਸ਼ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਵੱਲੋਂ ਤਿੰਨੇ ਖੇਤੀ ਕਾਨੂੰਨ ਵਾਪਸ ਲੈਣ ਦਾ ਵੱਡਾ ਐਲਾਨ ਕਰ ਦਿੱਤਾ ਗਿਆ ਹੈ। ਇੱਥੇ ਤੁਹਾਨੂੰ ਦੱਸ ਦਈਏ ਕਿ ਕੇਂਦਰ ਦੀ ਸਰਕਾਰ ਵੱਲੋਂ ਪਾਸ ਕੀਤੇ ਗਏ ਤਿੰਨੋਂ ਹੀ ਖੇਤੀ ਕਾਨੂੰਨਾਂ ਦਾ ਦਿੱਲੀ ਦੀ ਬਾਰਡਰ 'ਤੇ ਬੈਠ ਕੇ ਪਿਛਲੇ ਲਗਭਗ 1 ਸਾਲ ਤੋਂ ਵੀ ਵੱਡੀ ਗਿਣਤੀ ਵਿੱਚ ਕਿਸਾਨ ਵਿਰੋਧ ਕਰ ਰਹੇ ਸਨ। ਅਤੇ ਆਖਿਰਕਾਰ ਗੁਰਪੁਰਬ 'ਤੇ ਇਸ ਪਵਿੱਤਰ ਮੌਕੇ 'ਤੇ ਇਸ ਸੰਬੰਧੀ ਚੰਗੀ ਖਬਰ ਆਉਣ ਦੀਆਂ ਹੁਣ ਉਮੀਦਾਂ ਲੱਗਣੀਆਂ ਸ਼ੁਰੂ ਹੋ ਗਈਆਂ ਹਨ, ਜੋ ਕਿ ਹੁਣ ਸੱਚ ਸਾਬਿਤ ਹੋ ਗਈਆਂ ਹਨ। ਅਤੇ ਇਸ ਤੋਂ ਬਾਅਦ ਆਪਾਂ ਦੇਖਦੇ ਹਾਂ ਇਟਲੀ ਵਿੱਚ ਪਿਛਲੇ 24 ਘੰਟਿਆਂ ਦੌਰਾਨ ਕੇਸਿਸ ਦੀ ਗਿਣਤੀ। ਇਟਲੀ ਵਿੱਚ ਪਿਛਲੇ 24 ਘੰਟਿਆਂ ਦੌਰਾਨ 10,638 ਨਵੇਂ ਕੇਸਿਸ ਆਏ ਹਨ ਅਤੇ 69 ਡੈਥ ਹੋਈਆਂ ਹਨ। ਇਸ ਤੋਂ ਬਾਅਦ ਅਗਲਾ ਅਪਡੇਟ ਆ ਰਿਹਾ ਹੈ ਕਿ ਫਿਲਹਾਲ ਜਿਹੜਾ ਇਟਲੀ ਹੈ ਅਗਲੇ ਕੁਝ ਹਫ਼ਤਿਆਂ ਤੱਕ ਵਾਈਟ ਜ਼ੋਨ ਦੇ ਵਿੱਚ ਹੀ ਰਹੇਗਾ, ਅਤੇ ਜਲਦੀ ਹੀ ਗ੍ਰੀਨ ਪਾਸ ਜਿਹੜਾ ਹੈਗਾ ਆ ਉਸ ਦੀ ਵੈਲਿਡਿਟੀ 12 ਮਹੀਨਿਆਂ ਤੋਂ ਘਟਾ ਕੇ 9 ਮਹੀਨਿਆਂ ਤੱਕ ਕਰ ਦਿੱਤੀ ਜਾਵੇਗੀ। ਅਤੇ ਜੇਕਰ ਆਪਾਂ ਯੂਰਪ ਦਾ ਮੈਪ ਦੇਖੀਏ ਤਾਂ ਯੂਰਪ ਦੇ ਮੈਪ ਦੇ ਅਕੋਰਡਿੰਗ ਕੋਵਿਡ ਰਿਸਕ ਦੇ ਵਿੱਚ ਵਨੇਤੋ, ਫਰੂਲੀ, ਵੈਨੇਜ਼ੀ, ਜੂਲੀਆ, ਮਾਰਕੇ ਜਿਹੜੇ ਰੈੱਡ ਜ਼ੋਨ ਦੇ ਵਿੱਚ ਆ ਰਹੇ ਹਨ, ਅਤੇ ਜਿਹੜਾ ਬਲਸਾਨੋ ਹੈ ਉਹ ਡਾਰਕ ਰੈੱਡ ਕਲਰ ਦੇ ਵਿੱਚ ਸ਼ੋਅ ਹੋ ਰਿਹਾ ਹੈ, ਮਤਲਬ ਕਿ ਇਹ ਜਿੱਥੇ ਜਿਹੜਾ ਰਿਸਕੀ ਏਰੀਆ ਕਹਿ ਸਕਦੇ ਹਾਂ ਆਪਾਂ ਇਹਨਾਂ ਨੂੰ। ਅਤੇ ਇਸ ਤੋਂ ਬਾਅਦ ਸਚੀਲੀਆ ਦੇ ਵਿੱਚ ਆਊਟਡੋਰ ਦੇ ਵਿੱਚ ਜਿਹੜੇ ਮਾਸਕ ਹੈਗਾ ਆ ਉਸ ਨੂੰ ਜ਼ਰੂਰੀ ਕਰ ਦਿੱਤਾ ਗਿਆ ਹੈ, ਮਤਲਬ ਕਿ ਜੇ ਤੁਸੀਂ ਬਾਹਰ ਜਾਂਦੇ ਹੋ ਤਾਂ ਉਸ ਦੇ ਲਈ ਮਾਸਕ ਨੂੰ ਕੰਪਲਸਰੀ ਕਰ ਦਿੱਤਾ ਗਿਆ ਹੈ। ਅਤੇ ਜੇਕਰ ਆਪਾਂ ਜਰਮਨੀ ਦੀ ਗੱਲ ਕਰੀਏ, ਜਰਮਨੀ ਦੇ ਵਿੱਚ 65,000 ਜਿਹੜੇ ਕੇਸਿਸ ਨਵੇਂ ਆਏ ਹਨ ਅਤੇ 24 ਘੰਟਿਆਂ ਦੇ ਦੌਰਾਨ, ਅਤੇ ਡੈਥ ਰਿਕਾਰਡ ਵੀ ਉੱਥੇ ਜ਼ਿਆਦਾ ਹੋ ਰਿਹਾ ਹੈ। ਆ ਜਿਹੜੀ ਅਗਲੀ ਨਿਊਜ਼ ਆ ਰਹੀ ਹੈ ਆਸਟਰੀਆ ਤੋਂ। ਆਸਟਰੀਆ ਦੇ ਵਿੱਚ 1 ਫਰਵਰੀ 2022 ਨੂੰ ਜਿਹੜੀ ਵੈਕਸੀਨੇਸ਼ਨ ਹੈਗੀ ਆ ਸਾਰਿਆਂ ਦੇ ਲਈ ਜ਼ਰੂਰੀ ਕਰ ਦਿੱਤੀ ਜਾਵੇਗੀ। ਜਿਨ੍ਹਾਂ ਨੇ ਕਿ ਬਿਲਕੁਲ ਹੀ ਵੈਕਸੀਨ ਨਹੀਂ ਲਈ ਉਹਨਾਂ ਦੇ ਲਈ 1 ਫਰਵਰੀ 2022 ਤੱਕ ਜਿਹੜੀ ਵੈਕਸੀਨੇਸ਼ਨ ਜ਼ਰੂਰੀ ਕਰ ਦਿੱਤੀ ਗਈ ਹੈ। ਅਤੇ ਇਸ ਦੀ ਘੋਸ਼ਣਾ ਅੱਜ ਸਵੇਰ ਇੱਥੇ ਦੇ ਜਿਹੜੇ ਚਾਂਸਲਰ ਹੈਗੇ ਆ ਉਹਨਾਂ ਨੇ ਕੀਤੀ ਹੈ। ਅਤੇ ਇਸ ਤੋਂ ਬਾਅਦ ਇਹ ਵੀ ਕਿਹਾ ਗਿਆ ਹੈ ਕਿ ਅਗਲੇ ਮੰਡੇ ਤੋਂ ਜਿਹੜੀ ਉੱਥੇ ਲੋਕਡਾਊਨ ਪੂਰੀ ਤਰ੍ਹਾਂ ਲੱਗ ਜਾਵੇਗਾ, ਅਤੇ ਜਿਹੜੇ ਕੰਪਲਸਰੀ ਵੈਕਸੀਨੇਸ਼ਨ ਹੈਗੀ ਆ ਉਸ ਦੀ ਅਗਲੀ ਫਰਵਰੀ ਤੱਕ ਉਸ ਦੇ ਬਾਰੇ ਦੱਸਿਆ ਜਾ ਰਿਹਾ ਹੈ। ਅਤੇ ਜਰਮਨੀ ਦੇ ਵਿੱਚ ਮੰਡੇ ਤੋਂ ਟੋਟਲ ਲੋਕਡਾਊਨ ਲਗਾ ਦਿੱਤਾ ਜਾਵੇਗਾ। ਅਤੇ ਇਸੇ ਤਰ੍ਹਾਂ ਹੰਗਰੀ ਦੇ ਵਿੱਚ ਵੀ ਮਾਸਕ ਨੂੰ ਇੰਡੋਰ ਦੇ ਵਿੱਚ ਵੀ, ਯਾਨੀ ਕਿ ਘਰ ਦੇ ਅੰਦਰ ਜੋ ਵੀ ਗਤੀਵਿਧੀਆਂ ਹੈ, ਜੋ ਵੀ ਹੋਟਲ ਜਾਂ ਜਿੱਥੇ ਰੈਸਟੋਰੈਂਟ ਦੇ ਅੰਦਰ ਮਾਸਕ ਨੂੰ ਜ਼ਰੂਰੀ ਕਰ ਦਿੱਤਾ ਗਿਆ ਹੈ, ਕਿਉਂਕਿ ਹੰਗਰੀ ਦੇ ਵਿੱਚ ਵੀ ਕੇਸਿਸ ਵੱਧ ਰਹੇ ਹਨ, ਅਤੇ ਇਸ ਨੂੰ ਦੇਖਦੇ ਹੋਏ ਹੰਗਰੀ ਦੇ ਵਿੱਚ ਵੀ ਇਹ ਜ਼ਰੂਰੀ ਕਰ ਦਿੱਤਾ ਗਿਆ ਹੈ। ਇਸ ਤੋਂ ਇਲਾਵਾ ਮਾਸਕ ਜਿਹੜੀ ਟਰਾਂਸਪੋਰਟ ਦੇ ਪਬਲਿਕ ਟਰਾਂਸਪੋਰਟ ਹੈ ਉਸ ਦੇ ਵਿੱਚ ਵੀ ਜਿਹੜੀ 1 ਨਵੰਬਰ ਤੋਂ ਪਹਿਲਾਂ ਹੀ ਸ਼ੁਰੂ ਕਰ ਦਿੱਤਾ ਗਿਆ ਸੀ। ਇਸ ਤੋਂ ਬਾਅਦ ਅਗਲੀ ਨਿਊਜ਼ ਆ ਰਹੀ ਹੈ ਮੋਦੇਨਾ ਤੋਂ। ਮੋਦੇਨਾ ਦੇ ਵਿੱਚ ਇੱਕ ਅੱਜ ਸਵੇਰੇ 7 ਵਜੇ ਇੱਕ ਭਿਆਨਕ ਸੜਕ ਹਾਦਸਾ ਹੋਇਆ ਹੈ, ਜਿਸ ਦੇ ਵਿੱਚ 2 ਲੋਕ ਮਾਰੇ ਗਏ ਹਨ। ਦੱਸਿਆ ਜਾ ਰਿਹਾ ਹੈ ਕਿ ਇਹ ਜਿਹੜਾ ਐਕਸੀਡੈਂਟ ਇੱਕ ਕਾਰ ਅਤੇ ਸਕੂਟਰ ਦਾ ਹੋਇਆ ਹੈ, ਜਿਸ ਦੀ ਆਪਸ ਦੇ ਵਿੱਚ ਟੱਕਰ ਹੋਣ ਦੇ ਨਾਲ ਦੋਨਾਂ ਹੀ ਜਿਹੜੇ ਚਾਲਕ ਸੀਗੇ ਉਹ ਦੋਨਾਂ ਦੀ ਹੀ ਮੌਤ ਹੋ ਗਈ ਹੈ। ਅਤੇ ਉਹਨਾਂ ਦੇ ਵਿੱਚੋਂ ਇੱਕ 44 ਸਾਲਾਂ ਦਾ ਆਦਮੀ ਸੀ ਅਤੇ ਇੱਕ 58 ਸਾਲ ਦੀ ਔਰਤ ਸੀ ਜਿਹੜੀ ਕਾਰ ਨੂੰ ਚਲਾ ਰਹੀ ਸੀ। ਇਸ ਤੋਂ ਬਾਅਦ ਅਗਲੀ ਨਿਊਜ਼ ਆ ਰਹੀ ਹੈ ਫਿਲੀਪੀਨਸ ਤੋਂ। ਫਿਲੀਪੀਨਸ ਨੇ ਉਹਨਾਂ ਸੈਲਾਨੀਆਂ ਦੇ ਲਈ ਬਾਰਡਰਸ ਖੋਲ੍ਹ ਦਿੱਤੇ ਹਨ ਜਿਨ੍ਹਾਂ ਨੇ ਕੋਵਿਡ-19 ਦੇ ਅਗੇਂਸਟ ਵੈਕਸੀਨ ਲੈ ਲਈ ਹੈ। ਇਸ ਦੀ ਜਾਣਕਾਰੀ ਉੱਥੇ ਦੇ ਟੂਰਿਸਟ ਵਿਭਾਗ ਨੇ ਦਿੱਤੀ ਹੈ। ਅਤੇ ਦੇਸ਼ ਵਿੱਚ ਦਾਖਲ ਹੋਣ ਦੇ ਜਿਹੜੇ ਚਾਹਵਾਨ ਸੈਲਾਨੀ ਹੈ ਉਹਨਾਂ ਨੇ WHO ਦੇ ਤਹਿਤ ਫਿਲੀਪੀਨਸ ਫੂਡ ਡਰੱਗ ਐਂਡ ਐਡਮਿਨਿਸਟ੍ਰੇਸ਼ਨ ਦੁਆਰਾ ਪ੍ਰਵਾਨਿਤ ਜਿਹੜੇ ਅਪਰੂਵਡ ਜਿਹੜੇ ਟੀਕੇ ਲਗਵਾਏ ਹੋਣੇ ਚਾਹੀਦੇ ਹਨ, ਮਤਲਬ ਕਿ ਜਿਹੜੀ ਵੈਕਸੀਨਸ WHO ਦੁਆਰਾ ਅਪਰੂਵਡ ਹੈ ਉਹ ਉਹਨਾਂ ਦੇ ਟੀਕੇ ਲੱਗੇ ਹੋਣੇ ਚਾਹੀਦੇ ਹੈ। ਅਤੇ ਹੁਣ ਤੱਕ ਦੇਸ਼ ਨੇ ਫਾਈਜ਼ਰ, ਬਾਇਓਟੈਕ, ਐਸਟਰਾਜੇਨੇਕਾ, ਸਿਨੋਵੈਕ, ਸਪੁਤਨਿਕ ਵੀ, ਕੋਵੈਕਸਿਨ, ਮੋਦੇਰਨਾ, ਸਿਨੋਫਾਰਮ ਅਤੇ ਕੋਵੈਕਸ ਦੁਆਰਾ ਬਣਾਈ ਗਈ ਕੋਰੋਨਾ ਵੈਕਸੀਨ ਨੂੰ ਅਪਰੂਵਡ ਕੀਤਾ ਹੈ। ਇਸ ਤੋਂ ਬਾਅਦ ਅਗਲੀ ਨਿਊਜ਼ ਆ ਰਹੀ ਹੈ ਕਿ ਸਾਲ 2021 ਦਾ ਜਿਹੜਾ ਲਾਸਟ ਚੰਦਰ ਗ੍ਰਹਿਣ ਹੈ ਅੱਜ ਦੇਸ਼ ਦੇ ਕਈ ਹਿੱਸਿਆਂ ਦੇ ਵਿੱਚ, ਯਾਨੀ ਕਿ 19 ਨਵੰਬਰ ਨੂੰ ਦੇਖਿਆ ਜਾਵੇਗਾ। ਅਤੇ ਇਹ ਜਿਹੜਾ ਭਾਰਤ ਦੇ ਸਮੇਤ ਦੁਨੀਆ ਦੇ ਕਈ ਹੋਰ ਦੇਸ਼ਾਂ ਦੇ ਵਿੱਚ ਸਭ ਤੋਂ ਜ਼ਿਆਦਾ ਲੰਬਾ ਜਿਹੜਾ ਚੰਦਰ ਗ੍ਰਹਿਣ ਦਿਖਾਈ ਦੇਵੇਗਾ। 2021 ਦਾ ਇਹ ਆਖਰੀ ਚੰਦਰ ਗ੍ਰਹਿਣ 580 ਸਾਲਾਂ ਦੇ ਬਾਅਦ ਸਭ ਤੋਂ ਲੰਬਾ ਚੰਦਰ ਗ੍ਰਹਿਣ ਦੱਸਿਆ ਜਾ ਰਿਹਾ ਹੈ। ਅਤੇ ਦੱਸਿਆ ਜਾ ਰਿਹਾ ਹੈ ਕਿ ਇਹ ਜਿਹੜਾ ਚੰਦਰ ਗ੍ਰਹਿਣ ਹੈਗਾ ਦੁਪਹਿਰ 12:48 ਤੋਂ ਲੈ ਕੇ ਸ਼ਾਮ ਨੂੰ 4 ਵਜੇ ਤੱਕ 17 ਮਿੰਟ ਤੱਕ ਰਹੇਗਾ।
ਤੇ ਇੰਡੀਆ ਤੋਂ ਇਲਾਵਾ ਇਹ ਜਿਹੜਾ ਚੰਦ ਗ੍ਰਹਿਣ ਕੁਝ ਅੰਸ਼ਿਕ ਪਾਰਸ਼ੀਅਲ ਜਿਹੜਾ ਹੈਗਾ ਆ ਇਹ ਭਾਰਤ ਤੋਂ ਸਮੇਤ ਅਮਰੀਕਾ, ਆਸਟ੍ਰੇਲੀਆ ਤੇ ਯੂਰਪ ਤੇ ਏਸ਼ੀਆ ਦੇ ਕੁਝ ਹਿੱਸਿਆਂ ਦੇ ਵਿੱਚ ਵੀ ਦਿਖਾਈ ਦੇਵੇਗਾ। ਇਸ ਤੋਂ ਬਾਅਦ ਅਗਲੀ ਨਿਊਜ਼ ਆ ਰਹੀ ਹੈ ਪਾਕਿਸਤਾਨ ਤੋਂ। ਪਾਕਿਸਤਾਨ ਦੇ ਰਾਵਲਪਿੰਡੀ ਦੇ ਵਿੱਚ ਅੱਜ ਇੱਕ ਗੈਸ ਲੀਕ ਹੋਣ ਦਾ ਕਰਕੇ ਧਮਾਕਾ ਹੋਇਆ ਹੈ ਤੇ ਇਸ ਧਮਾਕੇ ਦੇ ਵਿੱਚ 2 ਬੱਚਿਆਂ ਦੇ ਸਮੇਤ ਘੱਟੋ ਘੱਟ 3 ਲੋਕਾਂ ਦੀ ਮੌਤ ਹੋ ਗਈ ਹੈ ਤੇ ਦੱਸਿਆ ਜਾ ਰਿਹਾ ਹੈ ਕਿ ਧਮਾਕੇ ਦੇ ਨਾਲ ਉਹ ਘਰ ਮਲਬੇ ਦੇ ਵਿੱਚ ਬਦਲ ਗਿਆ ਤੇ ਲਾਸ਼ਾਂ ਨੂੰ ਹਸਪਤਾਲ ਦੇ ਵਿੱਚ ਲਿਜਾਇਆ ਗਿਆ ਹੈ। ਇਸ ਤੋਂ ਬਾਅਦ ਅਗਲੀ ਨਿਊਜ਼ ਆ ਰਹੀ ਹੈ ਨਿਊਜ਼ੀਲੈਂਡ ਤੋਂ। ਨਿਊਜ਼ੀਲੈਂਡ ਦੇ ਵਿੱਚ ਵੈਕਸੀਨੇਸ਼ਨ ਦੇ ਬਾਵਜੂਦ ਵੀ ਕਰੋਨਾ ਵਾਇਰਸ ਦੇ ਮਾਮਲੇ ਸਾਹਮਣੇ ਆ ਰਹੇ ਹਨ ਤੇ ਨਿਊਜ਼ੀਲੈਂਡ ਨੇ ਅੱਜ ਤੋਂ ਕਮਿਊਨਿਟੀ ਦੇ ਵਿੱਚ ਕੋਵਿਡ-19 ਦੇ 198 ਨਵੇਂ ਡੈਲਟਾ ਵੇਰੀਐਂਟ ਕੇਸਾਂ ਦੀ ਰਿਪੋਰਟ ਕੀਤੀ ਹੈ ਤੇ ਇਸ ਤੋਂ ਬਾਅਦ ਦੇਸ਼ ਨੇ ਵੱਡੇ ਸਮਾਗਮਾਂ ਵਿੱਚ ਸ਼ਾਮਲ ਹੋਣ ਜਾਂ ਕੁਝ ਪਬਲਿਕ ਸਰਵਿਸਿਜ਼ ਵਿੱਚ ਦਾਖਲ ਹੋਣ ਤੋਂ ਪਹਿਲਾਂ ਪੂਰੀ ਤਰ੍ਹਾਂ ਵੈਕਸੀਨੇਟਿਡ ਹੋਏ ਲੋਕਾਂ ਦੇ ਲਈ ਮਾਈ ਵੈਕਸੀਨ ਪਾਸ ਜਿਹੜਾ ਲਾਂਚ ਕੀਤਾ ਹੈ। ਮਾਈ ਵੈਕਸੀਨ ਪਾਸ ਕਿਸੇ ਵਿਅਕਤੀ ਦੀ ਕੋਵਿਡ-19 ਵੈਕਸੀਨੇਸ਼ਨ ਸਥਿਤੀ ਦਾ ਇੱਕ ਰਿਕਾਰਡ ਹੁੰਦਾ ਹੈ। ਜਿਸ ਤਰ੍ਹਾਂ ਇਟਲੀ ਦੇ ਵਿੱਚ ਗ੍ਰੀਨ ਪਾਸ ਚੱਲਦਾ ਹੈ, ਇਸੇ ਤਰ੍ਹਾਂ ਉੱਥੇ ਇਸ ਨੂੰ ਮਾਈ ਵੈਕਸੀਨ ਪਾਸ ਦਿੱਤਾ ਗਿਆ ਹੈ ਤੇ ਹੁਣ ਉੱਥੇ ਇਹ ਜ਼ਰੂਰੀ ਕਰ ਦਿੱਤਾ ਗਿਆ ਹੈ ਤੇ ਸ਼ੁੱਕਰਵਾਰ ਯਾਨੀ ਕਿ ਅੱਜ ਅੱਧੇ ਦਿਨ ਤੱਕ ਲਗਭਗ 7 ਲੱਖ ਲੋਕਾਂ ਨੇ ਮਾਈ ਵੈਕਸੀਨ ਪਾਸ ਨੂੰ ਡਾਊਨਲੋਡ ਕੀਤਾ ਹੈ। ਇਸ ਤੋਂ ਬਾਅਦ ਅਗਲੀ ਨਿਊਜ਼ ਜਿਹੜੀ ਆ ਰਹੀ ਹੈ ਮੈਲਬੌਰਨ ਤੋਂ। ਮੈਡੀਕਲ ਏਜੰਸੀ ਦੇ ਦੁਆਰਾ ਦੱਸਿਆ ਗਿਆ ਹੈ ਕਿ ਵੀ ਇੱਕ ਸਮੀਖਿਆ ਕੀਤੀ ਗਈ ਹੈ ਜਿਸ ਦੇ ਵਿੱਚ ਦੱਸਿਆ ਗਿਆ ਹੈ ਕਿ ਹੱਥ ਧੋਣਾ, ਮਾਸਕ ਪਾਉਣਾ ਤੇ ਸਮਾਜਿਕ ਦੂਰੀ ਕਾਇਮ ਰੱਖਣ ਵਰਗੇ ਕੋਵਿਡ-19 ਪ੍ਰੋਟੋਕਾਲ ਇਸ ਜਿਹੜੇ ਵਾਇਰਸ ਦੇ ਰੋਗ ਦੇ ਮਾਮਲਿਆਂ ਦੇ ਵਿੱਚ ਕਮੀ ਲਿਆ ਸਕਦੇ ਹਨ ਤੇ ਉਹਨਾਂ ਨੇ ਕਿਹਾ ਹੈ ਕਿ ਵੈਕਸੀਨੇਸ਼ਨ ਦੇ ਨਾਲ ਨਾਲ ਇਹਨਾਂ ਜਿਹੜੇ ਨਿਯਮਾਂ ਦੀ ਪਾਲਣਾ ਕਰਨਾ ਵੀ ਜ਼ਰੂਰੀ ਹੈ ਤੇ ਇਹ ਵੀ ਜਾਰੀ ਰੱਖਣੀ ਚਾਹੀਦੀ ਹੈ ਤੇ ਇਸ ਜਿਹੜੀ ਸਮੀਖਿਆ ਦੇ ਵਿੱਚ ਇਹ ਦੱਸਿਆ ਗਿਆ ਹੈ ਕਿ ਮਾਸਕ ਪਾਉਣ ਨਾਲ ਕੋਵਿਡ-19 ਦੇ ਮਾਮਲਿਆਂ ਦੇ ਵਿੱਚ ਲਗਭਗ 53% ਦੀ ਕਮੀ ਆਈ ਹੈ ਤੇ ਜਿਹੜਾ ਸੋਸ਼ਲ ਡਿਸਟੈਂਸ ਦਾ ਪਾਲਣ ਕਰਨ ਦੇ ਮਾਮਲਿਆਂ ਦੇ ਨਾਲ 25% ਦੀ ਕਮੀ ਆਈ ਹੈ ਅਤੇ ਮਾਹਰਾਂ ਦਾ ਕਹਿਣਾ ਹੈ ਕਿ ਇਨਫੈਕਸ਼ਨ ਨੂੰ ਫੈਲਣ ਤੇ ਰੋਕਣ ਲਈ ਇਹਨਾਂ ਦੀ ਜਿਹੜੀ ਵਰਤੋਂ ਜਿਹੜੇ ਸਖਤ ਉਪਾਅ ਹੈ ਜ਼ਰੂਰ ਕਰਨੀ ਚਾਹੀਦੀ ਹੈ ਤਾਂ ਕਿ ਸਾਨੂੰ ਜਿਹੜੀ ਲਾਕਡਾਊਨ, ਬਾਰਡਰ ਬੰਦ ਕਰਨੇ, ਸਕੂਲ ਦਫ਼ਤਰ ਬੰਦ ਕਰਨੇ ਮਤਲਬ ਕਿ ਇਹਨਾਂ 'ਤੇ ਰੋਕ ਲੱਗ ਸਕੇ ਅਤੇ ਇਸ ਦੇ ਨਾਲ ਇਸ ਲਈ ਉਹਨਾਂ ਨੇ ਕਿਹਾ ਹੈ ਕਿ ਮਾਸਕ ਦੇ ਵੈਕਸੀਨੇਸ਼ਨ ਦੇ ਨਾਲ ਨਾਲ ਮਾਸਕ, ਸੋਸ਼ਲ ਡਿਸਟੈਂਸ ਜਿਹੜਾ ਹੈਗਾ ਆ ਇਹ ਜ਼ਰੂਰੀ ਹੈ। ਇਸ ਤੋਂ ਬਾਅਦ ਅਗਲੀ ਨਿਊਜ਼ ਆ ਰਹੀ ਹੈ ਰੋਮਾਨੀਆ ਤੋਂ। ਦੱਸਿਆ ਜਾ ਰਿਹਾ ਹੈ ਕਿ ਰੋਮਾਨੀਆ ਦੇ ਇੱਕ ਛੋਟੇ ਜਿਹੇ ਸ਼ਹਿਰ ਦੇ ਵਿੱਚ ਹਥਿਆਰਾਂ ਦੀ ਫੈਕਟਰੀ ਦੇ ਵਿੱਚ ਵੀਰਵਾਰ ਨੂੰ ਧਮਾਕਾ ਹੋਇਆ ਹੈ ਜਿਸ ਦੇ ਨਾਲ 4 ਲੋਕਾਂ ਦੀ ਮੌਤ ਹੋ ਗਈ ਹੈ ਅਤੇ 4 ਹੋਰ ਜ਼ਖਮੀ ਹੋ ਗਏ ਹਨ। ਦੱਸਿਆ ਜਾ ਰਿਹਾ ਹੈ ਕਿ ਇਹਨਾਂ ਦੇ ਵਿੱਚੋਂ 3 ਆਦਮੀ ਹਨ ਅਤੇ 1 ਔਰਤ ਸ਼ਾਮਿਲ ਹੈ ਅਤੇ ਜ਼ਖਮੀਆਂ ਦੀ ਹਾਲਤ ਬਾਰੇ ਹਾਲੇ ਕੋਈ ਜਾਣਕਾਰੀ ਨਹੀਂ ਦਿੱਤੀ ਗਈ ਹੈ। ਇਹ ਸੀ ਅੱਜ ਦੀਆਂ ਕੁਝ ਖਾਸ ਖਬਰਾਂ। ਹੁਣ ਆਪਾਂ ਦੇਖ ਲੈਂਦੇ ਹਾਂ ਅੱਜ ਦੇ ਕਰੰਸੀ ਰੇਟਸ। ਸਭ ਤੋਂ ਪਹਿਲਾਂ ਆਪਾਂ ਦੇਖਦੇ ਹਾਂ ਯੂਰੋ ਦਾ ਰੇਟ ਚੱਲ ਰਿਹਾ ਹੈ 84 ਰੁਪਏ 27 ਪੈਸੇ। ਇੱਕ US ਦਾ ਡਾਲਰ ਚੱਲ ਰਿਹਾ ਹੈ 74 ਰੁਪਏ 22 ਪੈਸੇ। ਪੌਂਡ ਦਾ ਰੇਟ ਚੱਲ ਰਿਹਾ ਹੈ 100 ਰੁਪਏ 8 ਪੈਸੇ। ਦਿਰਾਮ ਦਾ ਰੇਟ ਚੱਲ ਰਿਹਾ ਅੱਜ 20 ਰੁਪਏ 20 ਪੈਸੇ। ਇਹ ਸੀ ਕੁਝ ਦੇਸ਼ਾਂ ਦੇ ਕਰੰਸੀ ਰੇਟ। ਇਸ ਨਾਲ ਆਪਾਂ ਵੀਡੀਓ ਖਤਮ ਕਰਦੇ ਹਾਂ। ਜੇ ਵੀਡੀਓ ਚੰਗੀ ਲੱਗੀ ਤਾਂ ਲਾਈਕ ਕਰਿਓ। ਵੀਡੀਓ ਦੇਖਣ ਲਈ ਤੁਹਾਡਾ ਸਾਰਿਆਂ ਦਾ ਬਹੁਤ ਬਹੁਤ ਸ਼ੁਕਰੀਆ।